ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਸ੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਿਓ ਚਰਨ ਪਰ ਬੰਦਨ ਠਾਨੀ। ਮੁਖ ਮੁਸਕਾਏ ਦੇਖ ਕਹੇ ਬਾਨੀ। ਜਨਮ ਧਨ ਜਗ ਭਇਓ ਤੁਹਾਰਾ। ਰਹਿਓ ਸੁਧਾਰਤ ਗੁਰ ਘਰ ਕਾਰਾ। ਭਰਿਓ ਚਰਨ ਪਰ ਬੰਦਨ ਠਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਕਰੁਣਾ ਨਿਧਾਨ ਦੀਨ ਦਇਆਲ ਪਤਿਤ ਪਾਵਨ ਭਗਤ ਵਤਸਲ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਾਮ ਦੇ ਸਮੇਂ ਦੇ ਸਜੇ ਹੋਏ ਸੁੰਦਰ ਦੀਵਾਨ ਵਿੱਚ ਗੁਰਬਾਣੀ ਦੇ ਰਸ ਭਿੰਨੇ ਮਨੋਹਰ ਸ਼ਬਦ ਕੀਰਤਨ ਸਰਵਣ ਕਰਕੇ ਵਡਭਾਗੀ ਜਨਾਂ ਨੇ ਲਾਹੇ ਪ੍ਰਾਪਤ ਕੀਤੇ ਹਨ। ਆਓ ਹੁਣ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਲੜੀਵਾਰ ਚੱਲ ਰਹੀ ਗੁਰ ਇਤਿਹਾਸ ਦੀ ਕਥਾ ਦੇ ਪ੍ਰਸੰਗ ਜਿਵੇਂ ਪਿਛਲੇ ਦੀਵਾਨਾਂ ਵਿੱਚ ਸਰਵਣ ਕਰਾਏ ਗਏ ਹਨ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਜੀਵਨ ਦੇ ਅੰਤਮ ਪਲਾਂ ਦੇ ਵਿੱਚ ਸਰੀਰਕ ਆਯੂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਭਾਉਂਦਿਆਂ ਹੋਇਆ ਸੰਗਤਾਂ ਨੂੰ ਪਵਿੱਤਰ ਉਪਦੇਸ਼ ਜਿੱਥੇ ਵਾਹਿਗੁਰੂ ਦੀ ਪ੍ਰਾਪਤੀ ਦਾ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਦੌਰਾਨ ਮਹਾਨ ਕਾਰਜਾਂ ਦੇ ਸਹਿਤ ਬਖਸ਼ਿਸ਼ ਕੀਤਾ ਹੈ। ਸੂਰਮ ਵੀਰਤਾ ਪ੍ਰਗਟ ਕੀਤੀ। ਸ਼ਸਤਰਧਾਰੀ ਆਪਣੇ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕੀਤੀ। ਬਹਾਦਰ ਸੂਰਬੀਰ ਬਣਾਇਆ। ਸਿੱਖਾਂ ਵਿੱਚ ਆਪ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀਰ ਰਸ ਭਰਿਆ ਹੈ। ਚਾਰ ਜੰਗ ਸਮੇਂ ਦੀ ਹਕੂਮਤ ਵੱਲੋਂ ਚੜ੍ਹ ਕੇ ਆਈਆਂ ਹੋਈਆਂ ਫੌਜਾਂ ਦੇ ਨਾਲ ਕਰਕੇ ਫਤਿਹ ਪ੍ਰਾਪਤ ਕੀਤੀ। ਆਪਣੇ ਸਿੱਖਾਂ ਨੂੰ ਜ਼ਾਲਮਾਂ ਜਰਵਾਣਿਆਂ ਦੇ ਨਾਲ ਲੜਨਾ ਸਿਖਾਇਆ। ਮਹਾਰਾਜ ਸਾਹਿਬ ਨੇ ਬਹਾਦਰੀ ਦੇ ਸਹਿਤ ਚੌਹਾਂ ਜੰਗਾਂ ਦੀ ਸਮਾਪਤੀ ਕਰਕੇ ਦੁਸ਼ਮਣ ਤੇ ਫਤਿਹ ਪਾ ਕੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਾ ਨਿਵਾਸ ਕੀਤਾ।
ਜਿੱਥੇ ਬੁੱਢਣ ਸ਼ਾਹ ਫਕੀਰ ਸਤਿਗੁਰਾਂ ਨੂੰ ਉਡੀਕਦਾ ਸੀ, ਉਹਨੂੰ ਜਾ ਕੇ ਦਰਸ਼ਨ ਦਿੱਤੇ। ਅੰਤਮ ਸਮੇਂ ਦਰਸ਼ਨ ਦੇ ਕੇ ਉਸ ਨੂੰ ਨਿਹਾਲ ਕੀਤਾ। ਆਪਣੀ ਹਜ਼ੂਰੀ ਵਿੱਚ ਉਸ ਦਾ ਸਰੀਰ ਮਹਾਰਾਜ ਸਾਹਿਬ ਨੇ ਛੁਡਵਾਇਆ ਹੈ। ਜੋਤ ਵਿੱਚ ਉਸ ਦੇ ਆਤਮਾ ਜੋਤ ਮਿਲ ਗਈ। ਸਤਿਗੁਰੂ ਜੀ ਕੀਰਤਪੁਰ ਸਾਹਿਬ ਵਿੱਚ ਨਿਵਾਸ ਕਰਦੇ। ਸੰਗਤਾਂ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ। ਇੱਕ ਜੋ ਇਲਾਕਾ ਹਿੰਦ ਤੇ ਲੰਕਾ ਦੇ ਵਿਚਕਾਰਲਾ ਸਾਗਰ ਦੇ ਵਿੱਚ ਮੈਨਾਕ ਨਾਮ ਦਾ ਇੱਕ ਟਾਪੂ ਹੈ, ਪਹਾੜ ਹੈ। ਉੱਥੇ ਸੰਗਤਾਂ ਵਸਦੀਆਂ। ਗੁਰੂ ਘਰ ਦੇ ਨਾਲ ਪ੍ਰੀਤ ਕਰਨ ਵਾਲੇ ਉੱਥੇ ਰਹਿੰਦੇ, ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੀ ਉਹਨਾਂ ਟਾਪੂਆਂ ਦੇ ਵਿੱਚ ਵਿਚਰੇ, ਸਿੱਖੀ ਬਖਸ਼ਿਸ਼ ਕੀਤੀ। ਉੱਥੋਂ ਦੀਆਂ ਸੰਗਤਾਂ ਵੱਲੋਂ 2 ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਵਾਲੇ ਸਿੱਖ ਚਿੱਠੀ ਦੇ ਕੇ ਬੇਨਤੀ ਵਿੱਚ ਲਿਖ ਕਰਕੇ ਭੇਜੇ। ਕੀਰਤਪੁਰ ਸਾਹਿਬ ਵਿਖੇ ਉਹ ਆਏ। ਸੰਗਤਾਂ ਵੱਲੋਂ ਉਹਨਾਂ ਨੇ ਬੇਨਤੀ ਪ੍ਰਗਟ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੀ ਬੇਨਤੀ ਜੋ ਲਿਖੀ ਹੋਈ ਹੈ ਪੜ੍ਹੀ ਜਾਣ ਤੇ ਸਰਵਣ ਕੀਤੀ। ਉਹਨਾਂ ਨੇ ਬੇਨਤੀ ਸੰਗਤ ਨੇ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਇਸ ਇਲਾਕੇ ਵਿੱਚ ਆਓ, ਸੰਗਤਾਂ ਉਡੀਕਦੀਆਂ, ਤੁਸੀਂ ਦਰਸ਼ਨ ਦੇ ਕੇ ਨਿਹਾਲ ਕਰੋ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬੇਨਤੀ ਨੂੰ ਸਮਝ ਕਰਕੇ ਮੁਸਕਰਾਏ, ਬਚਨ ਕੀਤਾ ਕਿ ਬਹੁਤ ਵਿਚਰੇ ਹਾਂ ਪਹਿਲਾਂ ਵੀ, ਜਿੰਨਾ ਵਿਚਰਨਾ ਚਾਹੀਦਾ ਸੀ। ਹੁਣ ਆਪ ਨਹੀਂ ਜਾਵਾਂਗੇ, ਆਪ ਤਾਂ ਇੱਥੇ ਹੀ ਰਹਾਂਗੇ। ਪਾਸ ਬੈਠੇ ਹੋਏ ਭਾਈ ਵਿਧੀ ਚੰਦ ਵੱਲ ਸਤਿਗੁਰੂ ਸਾਹਿਬ ਨੇ ਦ੍ਰਿਸ਼ਟੀ ਕੀਤੀ। ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਜਾਓ ਉੱਥੇ। ਆਗਿਆ ਸੁਣ ਕੇ ਉਸੇ ਵਕਤ ਭਾਈ ਵਿਧੀ ਚੰਦ ਜੀ ਜਾਣ ਲਈ ਤਿਆਰ ਹੋਏ। ਸਤਿਗੁਰਾਂ ਨੂੰ ਨਮਸਕਾਰ ਕਰਕੇ ਜੋ ਤਿਆਰੀ ਕਰਕੇ ਸਤਿਗੁਰਾਂ ਤੋਂ ਵਿਦਾ ਹੋਏ ਹੈ। ਰਸਤੇ ਵਿੱਚ ਜਾਂਦਿਆਂ ਇੱਕ ਥਾਂ ਤੇ ਦਿਓ ਨਾਮ ਦਾ ਨਗਰ ਹੈ, ਉੱਥੇ ਭਾਈ ਵਿਧੀ ਚੰਦ ਜੀ ਨੇ ਟਿਕਾਣਾ ਕੀਤਾ, ਜਿੱਥੇ ਕਿ ਉਸ ਦਿਓ ਨਗਰ ਦੇ ਪਾਸ ਇੱਕ ਸੁੰਦਰ ਸ਼ਾਹ ਫਕੀਰ ਰਹਿੰਦਾ ਸੀ ਜੰਗਲ ਵਿੱਚ, ਜੋ ਬੜਾ ਕਰਾਮਾਤੀ ਸੀ ਤੇ ਹੰਕਾਰੀ ਵੀ ਸੀ, ਕਿਸੇ ਨੂੰ ਵਿਦਦਾ ਨਹੀਂ ਸੀ। ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਦਾ ਸੀ ਕਿ ਮੈਂ ਹੀ ਬਹੁਤ ਵੱਡਾ ਤਪਸਵੀ ਹਾਂ। ਜਿਸ ਵੇਲੇ ਭਾਈ ਵਿਧੀ ਚੰਦ ਜੀ ਉਸ ਇਲਾਕੇ ਵਿੱਚ ਉਸ ਨਗਰ ਦੇ ਪਾਸ ਇੱਕ ਸੁੱਕੇ ਰੁੱਖ ਹੇਠਾਂ ਜਾ ਕੇ ਬੈਠੇ ਨੇ, ਤਾਂ ਉਹ ਸੁੱਕਾ ਰੁੱਖ ਹਰਿਆ ਭਰਿਆ ਹੋ ਗਿਆ। ਇਸ ਗੱਲ ਦਾ ਜਦੋਂ ਲੋਕਾਂ ਨੂੰ ਪਤਾ ਲੱਗਾ, ਲੋਕ ਭਾਈ ਵਿਧੀ ਚੰਦ ਸਾਹਿਬ ਦੇ ਪਾਸ ਆਏ, ਬਹੁਤ ਹੈਰਾਨ ਹੋਏ, ਨਮਸਕਾਰਾਂ ਕਰਦੇ, ਭੇਟਾਵਾਂ ਅਰਪਣ ਕਰਦੇ ਨੇ। ਸੁੰਦਰ ਸ਼ਾਹ ਫਕੀਰ ਨੇ ਵੀ ਭਾਈ ਸਾਹਿਬ ਦੀ ਮਹਿਮਾ ਸੁਣੀ ਹੈ। ਬੜਾ ਹੰਕਾਰ ਦੇ ਸਹਿਤ ਹੋਇਆ ਕਿ ਕਿਹੜਾ ਏਡਾ ਵੱਡਾ ਕਰਾਮਾਤੀ ਜਿਹਦੇ ਮਗਰ ਲੋਕ ਲੱਗਣ ਲੱਗ ਪਏ ਨੇ, ਜਿਹਦੇ ਪਾਸ ਜਾਣ ਲੱਗ ਪਏ। ਮੈਨੂੰ ਛੱਡ ਕੇ ਜਾ ਕੇ ਵੇਖਦਾ, ਨਾਲੇ ਡਰਾਉਂਦਾ ਹਾਂ ਉਹਨੂੰ ਮੈਂ ਜਾ ਕੇ। ਆਪਣੀ ਕਰਾਮਾਤ ਸ਼ਕਤੀ ਨਾਲ ਇਸ ਨੇ ਇੱਕ ਸ਼ੇਰ ਨੂੰ ਵਸ ਵਿੱਚ ਕੀਤਾ, ਕਿਉਂਕਿ ਜਿਨ੍ਹਾਂ ਦੇ ਕੋਲ ਕੋਈ ਸਿੱਧੀ ਕਰਾਮਾਤ ਹੋਵੇ ਉਹ ਜੀਵਾਂ ਨੂੰ, ਹੋਰਨਾਂ ਜਾਨਵਰਾਂ ਆਦਿਕ ਨੂੰ ਵੀ ਵਸ ਵਿੱਚ ਕਰ ਸਕਦੇ ਹਨ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇਹੋ ਜਿਹੀ ਰਿੱਧੀ ਸਿੱਧੀ ਕੋਈ ਕਰਾਮਾਤ ਆ ਜਾਣੀ ਬਹੁਤ ਵੱਡੀ ਬਾਤ ਨਹੀਂ ਹੈ। ਕਈ ਐਸੇ ਲੋਕ ਵੀ ਹੁੰਦੇ ਹੈ ਜਿਹੜੇ ਕੋਈ ਰਿੱਧ ਸਿੱਧ ਆ ਜਾਂਦੀ ਹੈ ਤਾਂ ਫਿਰ ਲੋਕਾਂ ਨੂੰ ਭਰਮਾਉਣ ਵਿੱਚ ਲੱਗੇ ਰਹਿੰਦੇ ਨੇ, ਆਪਣੀ ਪੂਜਾ ਕਰਾਉਣ ਵਿੱਚ, ਆਪਣੀ ਸ਼ੋਭਾ ਜਸ ਆਪਣਾ ਕਰਾਉਣ ਵਿੱਚ ਹੀ ਉਹਨਾਂ ਸਿੱਧੀਆਂ ਕਰਾਮਾਤਾਂ ਨੂੰ ਵਰਤਦੇ ਰਹਿੰਦੇ ਹੈ। ਐਸੇ ਜਿਹੜੇ ਦੰਭੀ ਲੋਕ ਹੁੰਦੇ ਹੈ, ਆਪਣੀ ਪੂਜਾ ਵਾਸਤੇ ਕੋਈ ਜੋ ਰਿੱਧ ਸਿੱਧ ਕਰਾਮਾਤ ਹੋਈ ਹੈ ਉਸ ਨੂੰ ਵਰਤਦੇ ਹੈ, ਨਾ ਕਿ ਕਿਸੇ ਦੇ ਭਲੇ ਵਾਸਤੇ। ਤੇ ਇਹ ਜੋ ਲੋਕ ਹਨ
ਐਸੇ ਦੰਭੀ ਪਖੰਡੀ ਲੋਕ ਆਪਣੇ ਮਗਰ ਹੀ ਸਗੋਂ ਲੋਕਾਂ ਨੂੰ ਲਗਾਉਂਦੇ ਨੇ। ਭੋਲੇ ਭਾਲੇ ਲੋਕ ਬਹੁਤ ਕਈ ਭਰਮਦੇ ਆ ਜੀ, ਬਹੁਤ ਵੱਡਾ ਯਾਰਾ ਪੀਰ ਹੈ, ਬਹੁਤ ਯਾਰਾ ਫਕੀਰ ਹੈ, ਬੜਾ ਕਰਾਮਾਤੀ ਹੈ। ਪਰਮੇਸ਼ਰ ਦਾ ਸਿਮਰਨ ਛੱਡ ਕੇ ਉਹਦੇ ਪਿੱਛੇ ਲੱਗ ਜਾਂਦੇ ਆ ਕਈ, ਪਰ ਇਹ ਨਹੀਂ ਸਮਝ ਹੁੰਦੀ ਕਿ ਕੋਈ ਵੱਡੀ ਪ੍ਰਾਪਤੀ ਨਹੀਂ ਹੈ। ਇਹ ਤਾਂ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਕੇਵਲ ਇਹਦੇ ਵਿੱਚ ਪ੍ਰਤ ਜਾੜਾ ਹੈ, ਇਹ ਮੋਹ ਹੀ ਹੈ। ਇਹਨਾਂ ਦੇ ਆਉਣ ਦੇ ਨਾਲ ਇਹ ਨਹੀਂ ਕਿ ਮਨ ਵਿੱਚ ਨਾਮ ਵੀ ਪਰਮੇਸ਼ਰ ਦਾ ਆ ਕੇ ਵਸ ਜਾਂਦਾ, ਇਸ ਤਰ੍ਹਾਂ ਨਹੀਂ ਹੈ। ਜਿਹੜਾ ਇਹਨਾਂ ਦੇ ਮੋਹ ਵਿੱਚ ਫਸ ਜਾਂਦਾ ਹੈ, ਨਾਮ ਪਰਮੇਸ਼ਰ ਦਾ ਉਹਦੇ ਹਿਰਦੇ ਵਿੱਚ ਕੀ ਵਸਣਾ ਹੈ। ਇਸ ਲਈ ਉਹ ਜੋ ਪਰਮੇਸ਼ਰ ਦੇ ਪਿਆਰੇ ਜੇਕਰ ਇਹਨਾਂ ਰਿੱਧੀਆਂ ਸਿੱਧੀ ਕਰਾਮਾਤ ਸੁਤੇ ਸਿੱਧ ਜੇ ਵਰਤਣਾ ਤਾਂ ਉਹ ਲੋਕਾਂ ਦੇ ਭਲੇ ਹਿੱਤ ਤਾਂ ਵਰਤਦੇ, ਆਪਣੀ ਪੂਜਾ ਵਾਸਤੇ ਨਹੀਂ ਵਰਤਦੇ, ਕਿਸੇ ਦੇ ਭਲੇ ਵਾਸਤੇ, ਕਿਸੇ ਨੂੰ ਦੰਭ ਪਖੰਡ ਵੱਲੋਂ ਵਰਜ ਕੇ ਪਰਮੇਸ਼ਰ ਦੇ ਚਰਨਾਂ ਨਾਲ ਜੋੜਨ ਵਾਸਤੇ ਵਰਤਣ ਤਾਂ ਉਹ ਵਰਤਦੇ ਹਨ, ਨਹੀਂ ਤਾਂ ਆਪਣੀ ਪੂਜਾ ਹਿੱਤ ਆਪਣੇ ਮਗਰ ਲਗਾਉਣ ਵਾਸਤੇ ਨਹੀਂ ਵਰਤਦੇ। ਇਸ ਤਰ੍ਹਾਂ ਉਹ ਰਿੱਧੀਆਂ ਸਿੱਧੀਆਂ ਕੁਛ ਕਰਾਮਾਤ ਸ਼ਕਤੀ ਸਮਰੱਥਾ ਦਾ ਮਾਲਕ ਜਿਹੜਾ ਸੁੰਦਰ ਸ਼ਾਹ ਫਕੀਰ ਹੈ, ਉਹਨੇ ਜੰਗਲ ਵਿੱਚੋਂ ਇੱਕ ਸ਼ੇਰ ਲਿਆ। ਸ਼ੇਰ ਦੇ ਉੱਪਰ ਬੈਠਾ ਸ਼ੇਰ ਦੀ ਸਵਾਰੀ ਕਰਕੇ ਚੱਲ ਪਿਆ। ਉੱਥੋਂ ਭਾਈ ਬਿਧੀ ਚੰਦ ਵੱਲ ਜਾਂਦਾ ਹੈ। ਜਦੋਂ ਲੋਕਾਂ ਨੇ ਵੇਖਿਆ ਕਿ ਸ਼ੇਰ ਆ ਰਿਹਾ, ਸ਼ੇਰ ਦੇ ਉੱਪਰ ਇਹ ਸੁੰਦਰ ਸ਼ਾਹ ਫਕੀਰ ਬੈਠਾ ਹੋਇਆ ਹੈ, ਬਹੁਤ ਭੋਲੇ ਭਾਲੇ ਲੋਕ ਕਈ ਡਰ ਗਏ, ਡਰ ਕੇ ਭੱਜ ਗਏ ਕਿ ਸ਼ੇਰ ਆ ਗਿਆ ਹੈ, ਕਿਤੇ ਸਾਡਾ ਨੁਕਸਾਨ ਨਾ ਸਰੀਰਾਂ ਦਾ ਕਰ ਦੇਵੇ। ਭੱਜ ਗਏ, ਆਪਣੇ ਪਿੰਡ ਵਿੱਚ ਜਾ ਵੜੇ। ਇੱਕ ਭਾਈ ਬਿਧੀ ਚੰਦ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਨਿਰਭੈ ਹਨ, ਜਿਨ੍ਹਾਂ ਨੂੰ ਕਿਸੇ ਦਾ ਕੋਈ ਖੌਫ ਨਹੀਂ ਹੈ, ਕੋਈ ਡਰ ਨਹੀਂ ਹੈ। ਸੰਸਾਰਿਕ ਬੜੀਆਂ ਭਿਆਨਕ ਫੌਜਾਂ ਦੁਨਿਆਵੀ ਰਾਜਿਆਂ ਪਾਤਸ਼ਾਹਾਂ ਦੀਆਂ, ਬੜੇ ਬੜੇ ਵੱਡੇ ਤਗੜੇ ਸਰੀਰਾਂ ਵਾਲਿਆਂ ਨੂੰ, ਸ਼ਸਤਰ ਧਾਰੀਆਂ ਨੂੰ ਵੇਖ ਵੇਖ ਕੇ ਜਿਨ੍ਹਾਂ ਨੂੰ ਡਰ ਨਹੀਂ ਲੱਗਦਾ ਰਿਹਾ, ਜਿਨ੍ਹਾਂ ਨੇ ਬੜੇ ਬੜੇ ਵੱਡੇ ਕਹਿੰਦੇ ਕਹਾਉਂਦੇ ਖਾਨਾ ਪਠਾਣਾ ਮੁਗਲਾਂ ਦੇ ਨਾਲ, ਦੁਨਿਆਵੀ ਸੂਰਮਿਆਂ ਦੇ ਨਾਲ ਯੁੱਧ ਕੀਤਾ, ਉਹਨਾਂ ਦੇ ਉੱਪਰ ਫਤਿਹ ਪਾਈ। ਉਹ ਭਾਈ ਬਿਧੀ ਚੰਦ ਜੀ ਭਲਾ ਕਿਸੇ ਤੋਂ ਕਿਵੇਂ ਜਾਨਵਰ ਤੋਂ ਡਰ ਸਕਦੇ। ਸ਼ੇਰ ਤੇ ਬਹਿ ਕੇ ਆਇਆ ਸੁੰਦਰ ਸ਼ਾਹ ਫਕੀਰ। ਜਦੋਂ ਨੇੜੇ ਆਇਆ ਤਾਂ ਭਾਈ ਸਾਹਿਬ ਨੇ ਆਪਣੀ ਨਿਗਾਹ ਭਰ ਕੇ ਉਸ ਵੱਲ ਤੱਕਿਆ ਹੈ। ਤਾੜ ਕੇ ਜਦੋਂ ਉਹਦੇ ਵੱਲ ਵੇਖਿਆ ਤਾਂ ਸ਼ੇਰ ਉੱਥੇ ਹੀ ਸਤੰਭ ਹੋ ਗਿਆ, ਸਿਲ ਵਾਂਗ ਉੱਥੇ ਹੀ ਰੁਕ ਗਿਆ। ਉਹਦੇ ਪੈਰ ਨਹੀਂ ਅਗਾਂਹ ਵੱਧਦੇ ਤੇ ਨਾ ਹੀ ਉਹਦਾ ਮੂੰਹ ਹਿਲਦਾ ਏ। ਬਥੇਰਾ ਯਤਨ ਸੁੰਦਰ ਸ਼ਾਹ ਫਕੀਰ ਨੇ ਕੀਤਾ ਕਿ ਇਹਨੂੰ ਮੈਂ ਅੱਗੇ ਤੋਰਾਂ ਆਪਣੀ ਸ਼ਕਤੀ ਕੋਈ ਲਾ ਕੇ, ਪਰ ਨਹੀਂ ਕੋਈ ਬਸ ਚੱਲ ਸਕਿਆ। ਹਾਰ ਗਿਆ ਸੁੰਦਰ ਸ਼ਾਹ ਫਕੀਰ ਕਿ ਤਾਂ ਵੱਡਾ ਕਰਾਮਾਤੀ ਹੈ। ਮੈਂ ਤਾਂ ਆਪਣੀ ਵੱਲੋਂ ਸਮਝਦਾ ਸੀ ਕਿ ਮੈਂ ਬੜੀ ਤਪੱਸਿਆ ਕੀਤੀ ਹੈ, ਬਹੁਤ ਜੰਗਲਾਂ ਵਿੱਚ ਤਪ ਸਾਧੇ ਨੇ, ਪਰ ਪਤਾ ਨਹੀਂ ਕਿਹੜੀ ਤਪੱਸਿਆ ਇਸਨੇ ਕੀਤੀ, ਕੋਈ ਵੱਡਾ ਹੀ ਭਾਰੀ ਤਪ ਹੀ ਕੀਤਾ, ਜਿਸ ਨੂੰ ਕਿ ਇਸ ਗੱਲ ਦੀ ਸਮਝ ਨਹੀਂ ਸੀ ਕਿ ਇਸਨੇ ਬਹੁਤ ਵੱਡੀ ਤਪੱਸਿਆ ਕੀਤੀ ਹੈ। ਕਿਉਂਕਿ ਤਪੱਸਿਆ ਇਸ ਸਿੱਖ ਨੇ, ਭਾਈ ਬਿਧੀ ਚੰਦ ਨੇ ਇਹ ਕੀਤੀ ਹੈ। ਗੁਰੂ ਸਾਹਿਬ ਦਾ ਫਰਮਾਨ ਹੈ ਗੁਰੂ ਘਰ ਦੇ ਵਿੱਚ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਗੁਰੂ ਕੀ ਜਿਹੜੀ ਸੇਵਾ ਹੈ ਇਹ ਸਾਰੇ ਤਪਾਂ ਨਾਲੋਂ ਸ੍ਰੇਸ਼ਟ ਉੱਤਮ ਤਪ ਹੈ। ਇਹ ਤਪ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਣ ਰੂਪ ਆਗਿਆ ਮੰਨ ਕੇ ਮਨ ਨੂੰ ਵਸ ਵਿੱਚ ਕਰਕੇ ਰੱਖਣ ਦਾ ਮਹਾਨ ਭਾਰੀ ਤਪ ਕੀਤਾ ਹੈ। ਗੁਰੂ ਕੀ ਆਗਿਆ ਅਨੁਸਾਰ ਚੱਲਣ ਦਾ, ਸੇਵਾ ਸਿਮਰਨ ਕਰਨ ਦਾ ਆਗਿਆ ਮੰਨ ਕੇ। ਸੋ ਐਸਾ ਜਾਣਿਆ ਕਿ ਬਹੁਤ ਵੱਡਾ ਇਹ ਤਪਸਵੀ ਹੈ। ਹਾਰ ਕੇ ਚਰਨੀ ਟਹਿ ਪਿਆ, ਆਖਿਆ ਕਿ ਮੁਆਫੀ ਦਿਓ, ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ, ਬਖਸ਼ ਲਓ। ਭਾਈ ਬਿਧੀ ਚੰਦ ਨੇ ਸੁੰਦਰ ਸ਼ਾਹ ਫਕੀਰ ਨੂੰ ਕਿਹਾ ਕਿ ਚਲੋ ਬਖਸ਼ਦੇ ਹਾਂ ਤੈਨੂੰ ਜੇ ਤੂੰ ਮਾਫੀ ਮੰਗਦਾ ਆਪਣੇ ਹੰਕਾਰ ਕਰਨ ਦੀ। ਸੁੰਦਰ ਸ਼ਾਹ ਫਕੀਰ ਨੇ ਆਖਿਆ ਭਾਈ ਬਿਧੀ ਚੰਦ ਨੂੰ ਕਿ ਗੁਰਮੁਖ ਪਿਆਰਿਓ, ਜੋ ਤੁਸੀਂ ਬਹੁਤ ਮਹਾਨ ਹੋ, ਵੱਡੇ ਹੋ, ਮੇਰਾ ਹੰਕਾਰ ਦੂਰ ਹੋ ਗਿਆ। ਬੜਾ ਹੰਕਾਰ ਲੋਕਾਂ ਅੱਗੇ ਮੈਂ ਕਰਦਾ ਰਿਹਾ, ਪਰ ਆਪਣਾ ਹੰਕਾਰ ਜੋ ਹੈ ਮੇਰਾ ਤੁਸੀਂ ਖਤਮ ਕਰ ਦਿੱਤਾ ਹੈ, ਕਿਰਪਾ ਕਰ ਦਿੱਤੀ ਹੈ। ਮੇਰੇ ਅੱਗੇ ਤੁਹਾਡਾ ਵਸ ਨਹੀਂ ਚੱਲ ਸਕਿਆ, ਆਪ ਕਿਰਪਾ ਕਰੋ।
ਤੇ ਆ ਜੋ ਸ਼ੇਰ ਹੈ ਇਹਦੀ ਤੁਸੀਂ ਮੁਕਤੀ ਕਰ ਦਿਓ ਕਿਰਪਾ ਕਰਕੇ। ਭਾਈ ਸਾਹਿਬ ਨੇ ਕਿਹਾ ਕਿ ਸਤਨਾਮ ਵਾਹਿਗੁਰੂ ਕਹਿ ਕੇ ਇਹਦੇ ਉੱਪਰ ਜਲ ਛਿੜਕ ਦੇ, ਮੁਕਤ ਹੋ ਜਾਏਗਾ। ਬਚਨ ਸੁਣ ਕੇ ਇਸੇ ਤਰ੍ਹਾਂ ਹੀ ਕੀਤਾ, ਉਹ ਸ਼ੇਰ ਨੂੰ ਮੁਕਤ ਕਰ ਦਿੱਤਾ। ਫਿਰ ਇਸ ਪ੍ਰਕਾਰ ਉਸ ਦੀ ਆਤਮਾ ਨੇ ਜੋ ਰੂਹ ਪ੍ਰਗਟ ਹੋਈ ਭਾਈ ਸਾਹਿਬ ਨੂੰ ਨਮਸਕਾਰ ਕਰਦੀ ਹੈ। ਤਾਂ ਸੁੰਦਰ ਸ਼ਾਹ ਫਕੀਰ ਨੇ ਪੁੱਛਿਆ ਕਿ ਕੌਣ ਹੈ ਤੂੰ? ਉਸਨੇ ਆਪਣੀ ਵਾਰਤਾ ਦੱਸੀ ਕਿ ਦੇਵ ਸਭਾ ਦੇ ਵਿੱਚ ਮੈਂ ਕਿੰਦਰਾਂ ਦਾ, ਗੰਧਰਵਾਂ ਦਾ ਰਾਜਾ ਸੀ। ਜਦੋਂ ਉਸ ਸਭਾ ਦੇ ਵਿੱਚ ਦਰਬਾਸ਼ਾ ਰਿਖੀ ਆਇਆ ਤਾਂ ਮੈਂ ਹੰਕਾਰ ਕਰਕੇ ਉੱਠਿਆ ਨਾ, ਤਾੜ ਕੇ ਹੰਕਾਰ ਨਾਲ ਉਹਦੇ ਵੱਲ ਵੇਖਿਆ ਸਗੋਂ। ਤੇ ਉਹਨੇ ਆਖਿਆ ਕਿ ਤੂੰ ਸ਼ੇਰ ਵਾਂਗ ਵੇਂਦਾ, ਬੜਾ ਹੰਕਾਰੀ ਹੈ। ਕਿਉਂਕਿ ਬੜੇ ਹੰਕਾਰੀ ਹੁੰਦੇ ਆ ਕਈ ਲੋਕ, ਕਈਆਂ ਨੂੰ ਰੱਬ ਦੇ ਪਿਆਰਿਆਂ ਦੀ ਕਦਰ ਨਹੀਂ ਹੁੰਦੀ। ਬਹੁਤੇ ਹੰਕਾਰ ਕ੍ਰੋਧ ਦੇ ਸਹਿਤ ਬੜੀ ਛੇਤੀ ਗੁੱਸੇ ਵਿੱਚ ਆਉਂਦੇ ਆ। ਉਹਨਾਂ ਦੇ ਵੱਲ ਵੀ ਆਮ ਦੁਨਿਆਵੀ ਮਨੁੱਖਾਂ ਵਾਂਗ ਹੀ ਸਮਝ ਕੇ ਵੇਖਦੇ ਨੇ। ਜਦੋਂ ਹੰਕਾਰ ਸਹਿਤ ਉਹਨੇ ਵੇਖਿਆ ਸੀ, ਦਰਬਾਸ਼ਾ ਰਿਖੀ ਨੇ ਆਖਿਆ ਕਿ ਸ਼ੇਰ ਵਾਂਗ ਬਿਟਰ ਕੇ ਬਹੁਤਾ ਕੀ ਤਾੜ ਕੇ ਮੇਰੇ ਵੱਲ ਵੇਂਦਾ ਹੈ, ਤੇ ਸ਼ੇਰ ਦੀ ਜੂਨ ਪੈਣ ਦੇ ਲਾਇਕ ਹੈ ਤੂੰ। ਤੇ ਜਦੋਂ ਇਹ ਵਚਨ ਕੀਤਾ, ਸ਼ਰਾਪ ਦਿੱਤਾ ਸੀ, ਤਾਂ ਉਸ ਵੇਲੇ ਫਿਰ ਕਿਹਾ ਸੀ ਕਿ ਕਿਸ ਤਰ੍ਹਾਂ ਮੇਰਾ ਭਲਾ ਹੋਵੇਗਾ, ਸ਼ਰਾਪ ਤੋਂ ਕਿਵੇਂ ਛੁਟਕਾਰਾ ਹੋਵੇਗਾ। ਤਾਂ ਫਿਰ ਉਸ ਵੇਲੇ ਦਰਬਾਸ਼ਾ ਰਿਖੀ ਨੇ ਆਖਿਆ ਸੀ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ 6ਵੇਂ ਸਰੂਪ ਵਿੱਚ, 6ਵੇਂ ਜਾਮ ਵਿੱਚ ਹੋਣਗੇ, ਉਹਨਾਂ ਦਾ ਸਿੱਖ ਤੈਨੂੰ ਆਣ ਕੇ ਜਦੋਂ ਮਿਲੇਗਾ, ਦਰਸ਼ਨ ਦੇਵੇਗਾ, ਉਸ ਵੇਲੇ ਤੇਰੀ ਕਲਿਆਣ ਹੋਵੇਗੀ। ਇਸ ਪ੍ਰਕਾਰ ਜਦੋਂ ਦੱਸਿਆ, ਉਸ ਸ਼ੇਰ ਦੀ ਆਪਣੇ ਰੂਹ ਨੇ ਆਪਣੀ ਮਿੱਥਿਆ ਪੁਰਾਣੀ ਦੱਸੀ। ਤਾਂ ਫਿਰ ਇਸ ਪ੍ਰਕਾਰ ਕਿਹਾ ਕਿ ਤੂੰ ਵੀ ਇਹਦੇ ਲੜ ਲੱਗ ਜਾਏ, ਇਹਨਾਂ ਦੀ ਸ਼ਰਨ ਵਿੱਚ ਪੈ ਜਾ, ਤੇਰਾ ਵੀ ਭਲਾ ਹੋ ਜਾਵੇਗਾ। ਇਉਂ ਸੁੰਦਰ ਸ਼ਾਹ ਫਕੀਰ ਭਾਈ ਬਿਧੀ ਚੰਦ ਨੂੰ ਕਹਿਣ ਲੱਗਾ ਕਿ ਕਿਰਪਾ ਕਰੋ ਮੇਰੇ ਪਾਸ ਰਹੋ। ਥੋੜਾ ਸਮਾਂ, ਕਈ ਦਿਨ ਪਾਸ ਭਾਈ ਬਿਧੀ ਚੰਦ ਜੀ ਉਹਦੇ ਕੋਲ ਰਹੇ। ਜਦੋਂ ਜਾਣ ਲੱਗੇ ਕਹਿਣ ਲੱਗਾ ਕਿ ਜਦੋਂ ਤੁਸੀਂ ਜੋ ਸਰੀਰ ਛੱਡਣਾ ਹੈ, ਜਦੋਂ ਮੈਂ ਸਰੀਰ ਆਪਣਾ ਛੱਡਾਂਗਾ, ਉਸ ਵੇਲੇ ਮੈਨੂੰ ਦਰਸ਼ਨ ਕਿਰਪਾ ਕਰਕੇ ਦੇ ਦਿਓ। ਭਾਈ ਬਿਧੀ ਚੰਦ ਨੇ ਅੱਗੋਂ ਕਿਹਾ ਕਿ ਜਿੰਨੀ ਕੁ ਤੇਰੀ ਉਮਰ ਹੈ ਉਨੀ ਕੀ ਸਾਡੀ ਉਮਰ ਹੈ। ਜਦੋਂ ਤੂੰ ਸਰੀਰ ਛੱਡਣ ਲੱਗੇਗਾ, ਤੇਰੇ ਪਾਸ ਆ ਕੇ ਹੀ ਆਪਾਂ ਸਰੀਰ ਛੱਡਾਂਗੇ। ਉਸਨੇ ਕਿਹਾ ਕਿ ਮੈਨੂੰ ਸੱਚਖੰਡ ਨਾਲ ਲੈ ਕੇ ਜਾਇਓ। ਭਾਈ ਬਿਧੀ ਚੰਦ ਨੇ ਕਿਹਾ ਕਿ ਇਸ ਤਰ੍ਹਾਂ ਹੀ ਹੋਵੇਗਾ। ਸੋ ਇਸ ਪ੍ਰਕਾਰ ਭਾਈ ਬਿਧੀ ਚੰਦ ਜੀ ਉਥੋਂ ਚੱਲ ਕਰਕੇ ਫਿਰ ਅੱਗੇ ਉਸ ਟਾਪੂ ਵਿੱਚ ਪਹੁੰਚੇ। ਸੰਗਤਾਂ ਨੂੰ ਜਾ ਕੇ ਦਰਸ਼ਨ ਦਿੱਤੇ, ਗੁਰ ਉਪਦੇਸ਼ ਸੁਣਾਇਆ। ਕੁਝ ਮਹੀਨੇ ਉਹਨਾਂ ਦੇ ਪਾਸ ਰਹਿ ਕੇ ਸੰਗਤਾਂ ਕੋਲੋਂ ਭੇਟਾਵਾਂ ਲੈ ਕੇ ਵਿਦਾ ਹੋਏ। ਵਾਪਸ ਕੀਰਤਪੁਰ ਸਾਹਿਬ ਜਦੋਂ ਪਹੁੰਚੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਮਿਲੇ ਹੈ। ਅੱਗੇ ਜਿਸ ਤਰ੍ਹਾਂ ਪ੍ਰਸੰਗ ਆ ਰਿਹਾ, ਆਓ ਕੁਝ ਸਮੇਂ ਲਈ ਆਪਣੀਆਂ ਮਨਬਿਰਤੀਆਂ ਇਕਾਗਰ ਕਰਦੇ ਹੋਏ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦਿਆਂ ਹੋਏ ਕਥਾ ਵਿਚਾਰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਿਓ ਚਰਨ ਪਰ ਬੰਧਨ ਠਾਨੀ। ਭਾਈ ਬਿਧੀ ਚੰਦ ਜੀ ਜਦੋਂ ਵਾਪਸ ਗੁਰਮਤਿ ਦਾ ਪ੍ਰਚਾਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਸ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਹਨ। ਆ ਕੇ ਚਰਨੀ ਪੈ ਕੇ ਵੰਦਨਾ ਕੀਤੀ, ਨਮਸਕਾਰ ਕੀਤੀ ਹੈ ਢਹਿ ਕੇ। ਮੁਖ ਮੁਸਕਾਏ ਦੇਖ ਕਹੇ ਬਾਨੀ। ਮਸਤਕ ਟੇਕ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਹਾਜ਼ਰ ਹੋਏ, ਦਰਸ਼ਨ ਕਰ ਰਹੇ ਹੈ। ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪਿਆਰੇ ਸੇਵਕ ਜਿਸ ਨੂੰ ਸਤਿਗੁਰਾਂ ਨੇ ਕਹਿ ਕੇ ਨਿਵਾਜਿਆ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਇਹ ਬਚਨ ਕਹਿ ਕੇ ਬਖਸ਼ਿਸ਼ ਕੀਤੀ ਹੋਈ ਹੈ। ਸੋ ਵੇਖ ਕੇ ਮੁਸਕਰਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਬਚਨ ਕਰਦੇ ਹਨ। ਜਨਮ ਧਨ ਜਗ ਭਇਓ ਤੁਹਾਰਾ। ਕਿ ਭਾਈ ਬਿਧੀ ਚੰਦ ਸੰਸਾਰ ਦੇ ਵਿੱਚ ਆਉਣਾ ਤੇਰਾ ਧਨਤਾ ਦੇ ਯੋਗ ਹੋਇਆ। ਜਨਮ ਤੇਰਾ ਧਨਤਾ ਦੇ ਸਹਿਤ ਹੈ, ਸਫਲ ਹੈ ਜੀਵਨ ਸੰਸਾਰ ਵਿੱਚ। ਰਹਿਓ ਸੁਧਾਰਤ ਗੁਰ ਘਰ ਕਾਰਾ। ਕਿਉਂਕਿ ਤੂੰ ਗੁਰੂ ਕਾ ਬਚਨ ਮੰਨ ਕਰਕੇ ਗੁਰੂ ਘਰ ਦੇ ਕਾਰਜ ਸਵਾਰਦਾ ਰਿਹਾ, ਸੇਵਾ ਵਿੱਚ ਕੰਮ ਆਇਆ, ਆਪਣੇ ਸਰੀਰ ਨੂੰ ਸੇਵਾ ਵਿੱਚ ਵਰਤਦਾ ਰਿਹਾ ਹੈ। ਬਿਧੀ ਚੰਦ ਆਨੰਦ ਦਿਲੰਦੇ। ਇਹ ਸੁਣ ਕੇ ਭਾਈ ਬਿਧੀ ਚੰਦ ਜੀ ਬਹੁਤ ਆਨੰਦ ਸਹਿਤ ਹੋਏ ਹਨ। ਪਰਸ ਪਦਾਰ ਬਿੰਦ ਕਰ ਬੰਦੇ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲ ਪਰਸ ਰਹੇ ਨੇ।
ਤੇ ਹੱਥ ਜੋੜ ਕੇ ਬੇਨਤੀ ਕਰਦੇ ਹਨ। ਇਹੋ ਸਭ ਰਾਵਰ ਕੀ ਬਹੁ ਕਰੁਣਾ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਹੀ ਇਹ ਕਿਰਪਾਲਤਾ ਹੈ, ਸਾਰੀ ਕਿਰਪਾ ਤੁਹਾਡੀ ਹੀ ਹੈ, ਤੁਹਾਡੀ ਦਇਆ ਤਰਸ ਹੈ ਤੁਹਾਡਾ। ਦਾਸ ਦੀਨ ਨੇ ਕਿਆ ਹੈ ਕਰਨਾ। ਮੈਂ ਗਰੀਬ ਨੇ ਤਾਂ ਕੀ ਕਰਨਾ ਸੀ, ਨਾ ਚੀਜ਼ ਨੇ, ਮੇਰੇ ਵਿੱਚ ਕੀ ਸਮਰੱਥਾ ਸੀ। ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਤੁਸੀਂ ਵਡਿਆਈ ਬਖਸ਼ਣ ਵਾਲੇ ਹੋ। ਬਸਨ ਬੇਭੂਖਨ ਧਨ ਗਨ ਲਿਆਇਓ। ਇਸ ਪ੍ਰਕਾਰ ਬੇਨਤੀ ਕੀਤੀ ਹੈ, ਜੋ ਭਾਈ ਵਿਧੀ ਚੰਦ ਜੀ ਬਹੁਤ ਸੰਗਤਾਂ ਵੱਲੋਂ ਭੇਟਾ ਕੀਤੇ ਹੋਏ ਬਸਤਰ ਗਹਿਣੇ ਤੇ ਧਨ ਆਦਿਕ ਲੈ ਕੇ ਆਏ ਹਨ। ਸ੍ਰੀ ਸਤਿਗੁਰ ਕੇ ਅਗਰ ਟਿਕਾਇਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਉਹ ਕੀਮਤੀ ਵਸਤੂਆਂ ਪਦਾਰਥ ਰੱਖੇ ਹੋਰੇ ਚਪਲ ਸਕਲ ਦਰਸਾਇਵ। ਤੇ ਹੋਰ ਚੰਚਲ ਘੋੜੇ ਆਦਿਕ ਜੋ ਸੰਗਤਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਦੀ ਸੇਵਾ ਵਾਸਤੇ, ਸਤਿਗੁਰਾਂ ਦੀਆਂ ਫੌਜਾਂ ਵਾਸਤੇ ਜੋ ਭੇਜੇ ਹਨ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖੇ ਨੇ। ਅਰਪੇ ਪਗ ਪੰਕਜ ਲਪਟਾਇਵ। ਤੇ ਸਾਰੀਆਂ ਭੇਟਾਵਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਅਰਪ ਕੇ ਚਰਣੀ ਲਗੇ ਹਨ। ਗਹਿ ਭੁਜ ਪ੍ਰਭ ਜਿਨ ਕੰਠ ਲਗਾਇਓ। ਨਿਜ ਕੰਠ ਲਗਾਇਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਬਾਂਹ ਤੋਂ ਫੜ ਕੇ ਆਪਣੇ ਗਲ ਨਾਲ ਲਗਾਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਨਿਵਾਜਿਆ ਹੈ। ਬ੍ਰਹਮ ਗਿਆਨ ਮਨ ਬਿਖੈ ਟਿਕਾਇਓ। ਤੇ ਆਪਣੇ ਸੇਵਕ ਦੇ ਮਨ ਵਿੱਚ ਬ੍ਰਹਮ ਗਿਆਨ ਦੀ ਇਹ ਸਥਿਤੀ ਕੀਤੀ, ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ। ਅਦਿਕ ਪ੍ਰਸੰਨ ਹੋਏ ਢਿਗ ਰਾਖੈ। ਤੇ ਬਹੁਤ ਹੀ ਪ੍ਰਸੰਨਤਾ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਿਧੀ ਚੰਦ ਜੀ ਨੂੰ ਆਪਣੇ ਪਾਸ ਰੱਖਦੇ ਹਨ। ਨਿਜ ਮਨ ਬਾਤ ਤਾਹੇ ਸੋ ਭਾਖੈ। ਤੇ ਕਵੀ ਜੀ ਦੱਸਦੇ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਬਿਧੀ ਚੰਦ ਨੂੰ ਆਪਣੇ ਹਿਰਦੇ ਦੇ ਬਚਨ ਕਹਿ ਕੇ ਸੁਣਾਉਂਦੇ ਹਨ। ਇਸ ਪ੍ਰਕਾਰ ਦਿਨ ਗੁਰੂ ਬਿਤਾਵੈ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਵਿੱਚ ਨਿਵਾਸ ਕਰਦਿਆਂ ਹੋਇਆਂ ਦਿਨ ਬਿਤਾਉਂਦੇ। ਗੁਰ ਸਿੱਖੀ ਮਗ ਬਹੁ ਬਿਦਤਾਵੈ। ਤੇ ਗੁਰਸਿੱਖੀ ਮਾਰਗ ਬਹੁਤਾ ਪ੍ਰਗਟ ਕਰਦੇ ਹਨ, ਉਪਦੇਸ਼ ਬਖਸ਼ ਕੇ ਸੰਗਤਾਂ ਨੂੰ। ਤੀਰ ਸਤਦਰਵ ਜਾਏ ਨਿਹਾਰੈ। ਤੇ ਕਦੇ ਕਦੇ ਮਹਾਰਾਜ ਸੱਚੇ ਪਾਤਸ਼ਾਹ ਸਤਲੁਜ ਦਰਿਆ ਦੇ ਕਿਨਾਰੇ ਤੇ ਜਾ ਕੇ ਵਿਚਰਦੇ ਹਨ। ਜਲ ਨਿਰਮਲ ਕੀ ਸਿਫਤ ਉਚਾਰੈ। ਤੇ ਉੱਥੇ ਪਾਸ ਪਹੁੰਚ ਕਰਕੇ ਸਤਲੁਜ ਦਰਿਆ ਦੇ ਕਿਨਾਰੇ ਤੇ ਨਿਰਮਲ ਜਲ ਦੀ ਜੋ ਸੋਭਾ ਹੈ, ਪਰਮੇਸ਼ਰ ਵਾਹਿਗੁਰੂ ਜੀ ਦੀ ਰਚਨਾ ਦੀ ਇਹ ਜੋ ਰਚਨਾ ਕੀਤੀ ਹੈ ਪਰਮੇਸ਼ਰ ਨੇ, ਤਰ੍ਹਾਂ ਤਰ੍ਹਾਂ ਦੀ ਐਸੀ ਸੋਭਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਉੱਥੇ ਪਹੁੰਚ ਕੇ। ਪਾਵਸ ਰਿਤ ਜਗ ਮਹਿ ਪ੍ਰਗਟਾਈ। ਤੇ ਜਗਤ ਵਿੱਚ ਪ੍ਰਗਟ ਹੋ ਆਈ ਪਾਵਸ ਰੁੱਤ, ਬਰਸਾਤ ਦੀ ਵਰਖਾ ਦੀ ਰੁੱਤ। ਚੌਹਾਂ ਦਿਸ਼ ਸਗਨ ਕਟਾ ਘੁਰ ਆਈ। ਤੇ ਚਾਰੇ ਦਿਸ਼ਾਵਾਂ ਦੇ ਵਿੱਚ ਸੰਘਣੀਆਂ ਘਟਾਵਾਂ ਜੋ ਬਦਲਾਂ ਦੀਆਂ ਘੁਰ ਘੁਰ ਕੇ ਗਰਜ ਦੇ ਸਹਿਤ ਹੋ ਕੇ ਉਮੜ ਕੇ ਆਉਂਦੀਆਂ। ਵਰਣ ਵਰਣ ਕੇ ਜਲ ਧਰ ਬਰਖ ਹੈ। ਤੇ ਤਰ੍ਹਾਂ ਤਰ੍ਹਾਂ ਦੇ ਬਹੁਤ ਵੱਖ ਵੱਖ ਤਰ੍ਹਾਂ ਨਾਲ ਜੋ ਜਲ ਧਰ ਬਦਲ ਆਦਿਕ ਵਰਸਦੇ ਹਨ। ਮਿਟੀ ਤਪਤ ਜੰਤੂ ਜਨ ਹਰਖ ਹੈ। ਬਦਲਾਂ ਦੀ ਵਰਖਾ ਹੁੰਦੀ ਹੈ ਤੇ ਤਪਸ਼ ਮਿਟ ਗਈ ਹੈ ਬਦਲਾਂ ਦੀ ਵਰਖਾ ਹੋਣ ਦੇ ਨਾਲ। ਮਨੁੱਖ ਵੀ ਤੇ ਜੀਵ ਜੰਤ ਵੀ ਬਹੁਤ ਪ੍ਰਸੰਨ, ਸਭ ਨੂੰ ਖੁਸ਼ੀ ਹੁੰਦੀ। ਨੀਰ ਨਵੀਨ ਨਦੀ ਮਹਿ ਚਲੈ। ਤੇ ਨਦੀਆਂ ਦੇ ਵਿੱਚ ਨਵਾਂ ਹੀ ਜਲ ਦਾ ਪ੍ਰਵਾਹ ਵਹਿੰਦਾ ਹੈ ਮੀਂਹ ਬਹੁਤਾ ਵਰਣ ਦੇ ਨਾਲ। ਕੂਲਨ ਕੋ ਟਾਹਤ ਜਨ ਗਿਲੈ। ਤੇ ਕਈਆਂ ਜੋ ਨਦੀਆਂ ਨਾਲਿਆਂ ਦੇ ਕਿਨਾਰਿਆਂ ਨੂੰ ਉਹ ਜਲ ਬਹੁਤਾ ਭਰ ਭਰ ਕੇ ਉਹਨਾਂ ਦੇ ਵਿੱਚ ਜਦੋਂ ਵਹਿੰਦਾ ਹੈ ਕਿਨਾਰਿਆਂ ਨੂੰ ਵੀ ਢਾਉਂਦਾ ਹੈ, ਜਾਣੋ ਕਿ ਆਪਣੇ ਵਿੱਚ ਹੀ ਜੋ ਸਮਾ ਲੈਂਦਾ ਹੈ। ਤ੍ਰਿਣ ਕਾਸ਼ਟ ਸੰਚਿਓ ਬਹੁ ਬਹੈ। ਤੇ ਸੰਚੈ ਬਹੁ ਬਹੈ, ਜਿੰਨਾ ਵੀ ਤ੍ਰਿਣ ਘਾਹ ਆਦਿਕ ਆਸ ਪਾਸ ਕਿਨਾਰਿਆਂ ਤੇ ਇਕੱਠਾ ਕੀਤਾ ਹੋਇਆ
ਲੱਕੜਾਂ ਆਦਿਕ ਉਹ ਵੀ ਵਹਿ ਜਾਂਦੀਆਂ ਹਨ ਉਸ ਦਰਿਆ ਦੇ ਵਹਿਣਾਂ ਵਿੱਚ। ਜਲ ਜੰਤੂ ਉਛਲਤ ਸੁਖ ਤੇ ਲਹੈ ਜਲ ਜੀਵ ਜਿਹੜੇ ਨੇ ਉਹ ਬਹੁਤੇ ਖੁੱਲੇ ਜਲ ਦੇ ਵਿੱਚ ਉਛਲਦੇ ਹੋਏ ਸੁਖ ਮਾਣਦੇ। ਘਨ ਘੋਰਨ ਤੇ ਮੋਰਨ ਛੋਰ ਤੇ ਬਦਲਾਂ ਦੀ ਗਰਜ ਦੇ ਨਾਲ ਮੋਰਾਂ ਦੀ ਬਹੁਤ ਆਵਾਜ਼ ਪ੍ਰਗਟ ਹੁੰਦੀ। ਸੁਨੀਅਤ ਕੀਰਤਪੁਰ ਚਹੁ ਓਰ ਕੀਰਤਪੁਰ ਸਾਹਿਬ ਦੇ ਆਸ-ਪਾਸ ਜੋ ਸੰਘਣੇ ਬ੍ਰਿਛਾਂ ਦੇ ਵਿੱਚ ਰੁੱਖਾਂ ਦੇ ਵਿੱਚ ਜੀਵ ਜੰਤੂਆਂ ਦੀਆਂ ਆਵਾਜ਼ਾਂ ਪ੍ਰਗਟ ਹੁੰਦੀਆਂ। ਬਿਨਾ ਧੂਲ ਤੇ ਸੈਲ ਤੇ ਬਿਸਾਲੇ ਬਹੁਤ ਸਾਰੇ ਜਿਹੜੇ ਪਰਬਤ ਹਨ ਕੀਰਤਪੁਰ ਸਾਹਿਬ ਦੇ ਨੇੜੇ ਪਹਾੜੀਆਂ ਨੇ, ਬਿਨਾਂ ਧੂੜੀ ਤੋਂ ਬਹੁਤ ਸੁੰਦਰ ਸ਼ੋਭ ਰਹੀਆਂ ਹਨ। ਖਰੇ ਤਰੋਵਰ ਫਲਤ ਰਸਾਲੇ ਤੇ ਜਿਹੜੇ ਫਲਦਾਰ ਰੁੱਖ ਹਨ ਬੜੀ ਹਰਿਆਵਲਤਾ ਸਹਿਤ ਅੰਬਾਂ ਦੇ ਬੂਟੇ ਖੜੇ ਹਨ। ਭਾਂਤ ਭਾਂਤ ਕੀ ਸ਼ੋਭਾ ਹੋਤ ਤੇ ਤਰ੍ਹਾਂ ਤਰ੍ਹਾਂ ਦੀ ਜਿਹੜੀ ਪਰਮੇਸ਼ਰ ਦੀ ਰਚਨਾ ਦੀ ਕੁਦਰਤੀ ਜੋ ਸ਼ੋਭਾ ਪ੍ਰਗਟ ਹੁੰਦੀ ਹੈ। ਸਤਿਗੁਰ ਹੇਰਤ ਆਨੰਦ ਉਦੋਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਖ ਕਰਕੇ ਪ੍ਰਸੰਨ ਹੁੰਦੇ ਹਨ ਹਰਿਆਵਲ ਹੋਈ ਸਭ ਰਵਨੀ ਤੇ ਬਚਨ ਕਰਦੇ ਹਨ ਕਿ ਪਰਮੇਸ਼ਰ ਦੀ ਕਿਰਪਾ ਦੇ ਨਾਲ ਜੋ ਵਰਖਾ ਹੋਈ ਹੈ, ਮੀਂਹ ਪਿਆ, ਪਰਮੇਸ਼ਰ ਪਾਇਆ, ਜੀਵ ਜੰਤ ਸਭ ਸੁਖੀ ਵਸਾਇਆ, ਜੀਵ ਜੰਤੂ ਸੁਖੀ ਵਸ ਰਹੇ ਹਨ। ਬਹੁਤ ਸੁੰਦਰ ਸ਼ੋਭਾ ਧਰਤੀ ਵਿੱਚ ਬਨਸਪਤੀ ਵਿੱਚ ਹੋ ਰਹੀ ਹੈ। ਇੰਦ ਬਧੂ ਜੁਤ ਦੇਖਤ ਅਵਨੀ ਤੇ ਧਰਤੀ ਜੋ ਹੈ ਇੰਦ ਬਧੂ ਦੇ ਸਹਿਤ ਚੀਜ਼ ਬਹੁਟੀਆਂ ਆਦਿਕ ਉਹ ਜੀਵ ਹੁੰਦੇ ਹੈ। ਮਲੀ ਲਾਲ ਰੰਗ ਦੇ ਜੀਵ ਹੁੰਦੇ ਨੇ, ਵਰਖਾ ਦੀ ਰੁੱਤ ਵਿੱਚ ਫਿਰਦੇ ਹਨ। ਉਹਨਾਂ ਲਾਲ ਰੰਗ ਦੇ ਜੀਵਾਂ ਸਹਿਤ ਧਰਤੀ ਸ਼ੋਭ ਰਹੀ ਹੈ। ਸਾਵਣ ਅਰ ਭਾਦਰੋਂ ਜੁਗ ਮਾਸ ਤੇ ਸਾਉਣ ਦਾ ਮਹੀਨਾ ਤੇ ਭਾਦਰੋਂ ਦਾ ਮਹੀਨਾ ਇਹ ਦੋਵੇਂ ਹੀ ਮਹੀਨਿਆਂ ਵਿੱਚ ਕੀਰਤਪੁਰ ਮੈਂ ਕਰਹਿ ਬਿਲਾਸ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਬਿਲਾਸ ਆਨੰਦ ਪ੍ਰਗਟ ਕਰਦੇ ਹਨ। ਸੰਗਤਾਂ ਨੂੰ ਨਾਮ ਜਪਣ ਦਾ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆ। ਸ਼ਬਦ ਕੀਰਤਨ ਹੋਏ ਸਦਾਈ ਤੇ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਕਵੀ ਜੀ ਦੱਸਦੇ ਨੇ ਕਿ ਸਦਾ ਹੀ ਗੁਰੂ ਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਹੁੰਦਾ ਹੈ ਕਿ ਉਹਨਾਂ ਆਨੰਦ ਪ੍ਰਗਟ ਹੋਵੇ। ਸੁਨ ਸੁਨ ਸਿੱਖਨ ਗੁਰਮਤਿ ਭਾਈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਸੇਵਕਾਂ ਨੇ ਗੁਰਬਾਣੀ ਦਾ ਉਪਦੇਸ਼ ਸਰਵਣ ਕੀਤਾ ਕਰਦੇ ਹਨ। ਸਿੱਖ ਸੇਵਕ ਕਥਾ ਕੀਰਤਨ ਸੁਣਦੇ ਹਨ, ਜਿਸ ਕਰਕੇ ਗੁਰਮਤ ਭਾਈ ਉਹਨਾਂ ਨੂੰ ਗੁਰਮਤ ਚੰਗੀ ਲੱਗਦੀ ਹੈ। ਗੁਰਮਤ ਦੀ ਜੋ ਭਾਵਨਾ ਹੈ ਉਹਨਾਂ ਦੇ ਮਨ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਪਾਉਂਦੀ ਚੰਗੀ ਲੱਗਦੀ ਜੋ ਕਥਾ ਕੀਰਤਨ ਸੁਣਦੇ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਦੇ ਅਨੁਸਾਰ ਚੱਲਣਾ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ। ਇਉਂ ਸੰਗਤ ਕਰਕੇ ਕਥਾ ਕੀਰਤਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸੁਣ ਕਰਕੇ ਕਵੀ ਜੀ ਨੇ ਦੱਸਿਆ ਕਿ ਸੁਨ ਸੁਨ ਸਿੱਖਨ ਗੁਰਮਤਿ ਭਾਈ, ਜੋ ਸਦਾ ਹੀ ਜਿਨ੍ਹਾਂ ਨੇ ਸ਼ਬਦ ਕੀਰਤਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਹੁੰਦਾ ਸਰਵਣ ਕੀਤਾ ਹੈ, ਉਹਨਾਂ ਨੂੰ ਹਿਰਦਿਆਂ ਦੇ ਵਿੱਚ ਗੁਰੂ ਕੀ ਮੱਤ ਜੋ ਹੈ ਭਾ ਗਈ ਹੈ, ਚੰਗੀ ਲੱਗੀ ਹੈ। ਗੁਰਮਤਿ ਅਨੁਸਾਰ ਚੱਲਣਾ ਉਹਨਾਂ ਨੂੰ ਸੋਭਨੀਕ ਪ੍ਰਤੀਤ ਹੁੰਦਾ ਹੈ। ਇਥੋਂ ਤੱਕ ਪ੍ਰਸੰਗ ਦੀ ਵਿਚਾਰ ਹੋਈ ਹੈ। ਜਿਸ ਤਰ੍ਹਾਂ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਜੀਵਨ ਤੋਂ ਉਪਦੇਸ਼ ਪ੍ਰਾਪਤ ਹੋਏ ਹਨ। ਕਿਰਪਾ ਕਰਨ, ਹਿਰਦਿਆਂ ਵਿੱਚ ਵਸਾਉਣ ਦਾ ਬਲ ਬਖਸ਼ਿਸ਼ ਕਰਨ। ਅੱਗੇ ਜਿਸ ਪ੍ਰਕਾਰ ਕਥਾ ਆਵੇਗੀ ਸਮੇਂ ਅਨੁਸਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਵਾਸਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰਨ ਜੀ। ਸਾਵਣ ਅਰ ਭਾਦਰੋਂ ਜੁਗ ਮਾਸ ਕੀਰਤਪੁਰ ਮੈਂ ਕਰਹਿ ਬਿਲਾਸ। ਸ਼ਬਦ ਕੀਰਤਨ ਹੋਏ ਸਦਾਈ ਸੁਨ ਸੁਨ ਸਿੱਖਨ ਗੁਰਮਤਿ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।